ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਬੰਨਿਓ ਸਤਿ ਸ੍ਰੀ ਅਕਾਲ। ਦੇਖ ਲਓ ਪੋਲੀਟੀਕਲ ਲੀਡਰ ਕਿੱਡੇ ਗੁੰਡੇ ਬਣ ਚੁੱਕੇ ਨੇ। ਇੱਕ ਐਮਐਲਏ ਦੇ ਗੁੰਡਿਆਂ ਨੇ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ। ਇਹ ਸੋਨੂੰ ਖਬਰ ਦਿਖਾਣੇ ਆ। ਤੁਸੀਂ ਦੇਖ ਲਓ ਜੋ ਯੂਪੀ ਦੇ ਵਿੱਚ ਕਿਸਾਨਾਂ ਦਾ ਕਤਲੇਆਮ ਕੀਤਾ ਗਿਆ, ਉਸੇ ਜਗ੍ਹਾ ਜਾ ਕੇ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਮਿਰਚਾਂ ਭੁੱਕਣ ਗਿਆ ਨਰਿੰਦਰ ਮੋਦੀ, ਜੋ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ ਹਰਾਮਖੋਰ ਕਾਤਲ। ਉਹ ਉੱਥੇ ਮਿਰਚਾਂ ਲਾਉਣ ਗਿਆ ਉਹਨਾਂ ਦੇ ਜ਼ਖਮਾਂ ਦੇ ਉੱਤੇ। ਤੁਸੀਂ ਦੇਖ ਰਹੇ ਹੋ ਟੀਵੀ ਦੀ ਸਕਰੀਨ ਤੇ ਕਿ ਇਹ ਬਾਂਦਰ ਨਰਿੰਦਰ ਮੋਦੀ ਦੇ ਨਾਲ ਜਿਹੜੇ ਬੈਠੇ ਨੇ ਹੰਕਾਰੀ, ਇੱਕ ਇਹਨਾਂ ਵਿੱਚ ਪੱਗ ਵਾਲਾ ਵੀ ਆ, ਤਾੜੀਆਂ ਵਜਾ ਰਹੇ ਨੇ। ਨਰਿੰਦਰ ਮੋਦੀ ਖੁਸ਼ੀ ਮਨਾ ਰਿਹਾ, ਇਹ ਨਾਲ ਤਾੜੀਆਂ ਵਜਾ ਰਹੇ ਨੇ। ਦੇਖੋ ਜ਼ਖਮਾਂ ਦੇ ਉੱਤੇ ਨੂਣ ਭੁੱਕ ਰਹੇ ਨੇ। ਜਿਨ੍ਹਾਂ ਦਾ ਨੌਜਵਾਨ ਮੁੰਡਾ ਮਰ ਗਿਆ, ਤੁਸੀਂ ਦੇਖ ਰਹੇ ਹੋ ਟੀਵੀ ਦੀ ਸਕਰੀਨ ਤੇ, ਇਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ ਕਿ ਅਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਆ ਜਿੱਥੇ ਦਾ ਪ੍ਰਧਾਨ ਮੰਤਰੀ ਆ ਕੇ ਯੂਪੀ ਦੇ ਵਿੱਚ ਖੁਸ਼ੀ ਮਨਾਉਂਦਾ। ਇੱਕ ਦੇਸ਼ ਦੇ ਨਾਗਰਿਕ ਮਰ ਜਾਣ, ਗੱਡੀ ਚੜ ਜਾਵੇ, ਹੰਕਾਰੀ ਤੋਂ ਹੰਕਾਰੀ ਰਾਜਾ ਵੀ ਬੋਲਦਾ ਕਿ ਜੀ ਮਾੜਾ ਹੋਇਆ, ਪਰ ਇਹ ਐਡਾ ਜਲਾਦ ਆ। ਇਹ ਬੀਜੇਪੀ ਵਾਲੇ ਅੱਤਵਾਦੀਆਂ ਨੇ ਕਾਨੂੰਨ ਨੂੰ ਤਾਂ ਸੰਗਲਾਂ ਨਾਲ ਬੰਨ੍ਹ ਦਿੱਤਾ। ਕਾਨੂੰਨ ਨੂੰ ਸੰਗਲਾਂ ਦੇ ਨਾਲ, ਕਾਨੂੰਨ ਤਾਂ ਇੰਡੀਆ ਦੇ ਵਿੱਚ ਹੈ ਹੀ ਨਹੀਂ। ਐਡਾ ਜਲਾਦ ਆ, ਐਡੀ ਜ਼ਕਰੀਆ ਖਾਨ ਦੀ ਔਲਾਦ ਆ। ਇਹਦੇ ਨਾਲ ਗੁੰਡਾ ਬੈਠਾ ਇੱਕ ਪੱਗ ਬੰਨੀ ਵਾਲਾ ਸਰਦਾਰ ਹਰਾਮਖੋਰ ਕੁੱਤਾ ਕੰਜਰ। ਉਹ ਕੰਜਰ ਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਸਰਦਾਰਾਂ ਦੀ ਮੌਤ ਦੇ ਉੱਤੇ ਖੁਸ਼ੀ ਮਨਾ ਰਿਹਾ ਹਰਾਮੀਆਂ। ਬੀਜੇਪੀ ਵਾਲੇ ਅੱਤਵਾਦੀਆਂ ਨੇ ਕਿਸਾਨ ਮਾਰਤੇ, ਗੱਡੀ ਚੜਾ ਦਿੱਤੀ। ਇਹ ਹਰਾਮੀ ਖੁਸ਼ੀ ਮਨਾਉਂਦਾ। ਜਿਹੜਾ ਕੁੱਤਾ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ, ਪੱਗ ਬੰਨੀ ਆ। ਇਸ ਤਰ੍ਹਾਂ ਦੇ ਕੁੱਤੇ ਬਹੁਤ ਨੇ। ਇੱਕ ਕੁੱਤਾ ਨਹੀਂ, ਕਾਂਗਰਸ ਦੇ ਵਿੱਚ ਕਿੰਨੇ ਐਮਐਲਏ ਨੇ ਹਰਾਮੀ ਪੱਗਾਂ ਵਾਲੇ। ਉਹ ਕਿੱਡੇ ਕੁੱਤੇ ਨੇ, ਉਹ ਕਿੱਡੇ ਕੁੱਤੇ ਨੇ, ਕੰਜਰ ਹਰਾਮੀ ਹਰਾਮਖੋਰ। ਉਹ ਹੁਣ ਅੱਜ ਦੇਖੋ ਰੌਲਾ ਪਾਉਂਦੇ ਨੇ। ਕਿਵੇਂ ਰੌਲਾ ਪਾਉਂਦੇ ਨੇ ਦੇਖੋ ਜੀ, ਨਰਿੰਦਰ ਮੋਦੀ ਨੇ ਕਤਲ ਕਰਤਾ। ਓਏ ਹਰਾਮੀਓ, ਕੁੱਤਿਓ, ਤੁਸੀਂ ਉਸ ਕਤਲ ਨੂੰ ਭੁੱਲ ਗਏ ਹੋ। ਤੁਸੀਂ ਉਹ ਕਤਲ ਨੂੰ ਭੁੱਲ ਗਏ ਹੋ ਕਿਉਂਕਿ ਸਾਨੂੰ ਭੁੱਲਣ ਦੀ ਬਿਮਾਰੀ ਆ। ਜੋ ਪਹਿਲਾ ਜ਼ੁਲਮ ਹੋਇਆ, ਉਹ ਜ਼ੁਲਮ ਆਪਣੀਆਂ ਅੱਖਾਂ ਦੇ ਮੂਹਰੇ ਲੈ ਕੇ ਆਓ। ਘਰਾਂ ਚੋਂ ਕੱਢ ਕੇ ਟਾਇਰ ਗਲਾਂ 'ਚ ਪਾ ਕੇ ਦਿੱਲੀ 'ਚ ਅੱਗ ਲਾਤੀ ਕਾਂਗਰਸੀਆਂ ਨੇ। ਕਾਂਗਰਸੀਆਂ ਨੇ ਅੱਗ ਲਾਤੀ ਸਰਦਾਰਾਂ ਨੂੰ। ਉਹ ਜ਼ੁਲਮ ਭੁੱਲ ਗਏ ਹੋ। ਅੱਜ ਉਹੀ ਕਾਂਗਰਸ ਦੇ ਨਾਲ ਪੱਗਾਂ ਬੰਨ੍ਹ ਕੇ ਹਰਾਮੀ ਹਰਾਮਖੋਰ ਕੰਜਰ, ਅਸੀਂ ਤਾਂ ਇਹਨਾਂ ਨੂੰ ਕੰਜਰ ਕਹਾਂਗੇ। ਕੰਜਰ, ਕੰਜਰਾਂ ਤੋਂ ਕੋਈ ਘੱਟ ਨਹੀਂ। ਇਹਨਾਂ ਦਾ ਕੋਈ ਦੀਨ ਅਮਾਨ ਧਰਮ ਕੁਛ ਨਹੀਂ ਹੈ। ਅੱਜ ਪੱਗਾਂ ਬੰਨ੍ਹ ਕੇ ਗੱਲਾਂ ਕਰਦੇ ਨੇ ਜਸਟਿਸ ਦੀਆਂ, ਗੱਲਾਂ ਕਰਦੇ ਨੇ ਇਨਸਾਫ ਦੀਆਂ। ਓਏ ਹਰਾਮੀਓ, ਕੁੱਤਿਓ, ਤੁਹਾਡੀ ਜ਼ੁਬਾਨ 'ਚ ਗੰਦੇ ਪੈ ਜਾਣ, ਤੁਹਾਡੀ ਜ਼ੁਬਾਨ 'ਚ ਗੰਦੇ ਸਿੱਧੂਆ। ਜਿਹੜੇ ਕਾਂਗਰਸ ਦੇ ਵਿੱਚ ਐਮਐਲਏ ਮੰਤਰੀ ਨੇ, ਮੈਂ ਉਹਨਾਂ ਕੁੱਤਿਆਂ ਨੂੰ ਬੋਲ ਰਿਹਾ, ਛੋਟੀ ਜ਼ੁਬਾਨ 'ਚ ਸੁੰਡ ਚੱਲ ਜਾਣ। ਤੁਸੀਂ ਹਰਾਮੀਓ ਰਾਜਨੀਤੀ ਕਰਦੇ ਹੋ, ਰਾਜਨੀਤੀ ਕਰਦੇ ਜਿਹੜਾ ਹੁਣ ਰੌਲਾ ਪਾਉਂਦੇ ਹੋ। ਜੇ ਤੁਸੀਂ ਇਨਸਾਨੀਅਤ ਦੇ ਹਮ ਵੀ ਹੁੰਦੇ ਨਾ, ਤੁਸੀਂ ਕੁੱਤਿਓ ਉਹਨਾਂ ਨਾਲ ਨਾ ਰਲਦੇ। ਜਿਸ ਕਾਂਗਰਸ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਮਾਰੀਆਂ, ਜਿਸ ਕਾਂਗਰਸੀਆਂ ਹਰਾਮੀਆਂ ਨੇ ਸਾਡੇ ਸਿੱਖਾਂ ਨੂੰ ਜਿਉਂਦੇ ਜਲਾ ਦਿੱਤਾ, ਇਨਸਾਨੀਅਤ ਦਾ ਕਤਲੇਆਮ ਕੀਤਾ, ਫਿਰ ਜਸਟਿਸ ਅਜੇ ਤੱਕ ਨਹੀਂ ਮਿਲਿਆ। ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਅੱਜ ਵੀ ਕਾਂਗਰਸ ਸਰਕਾਰ ਦੇ ਵਿੱਚ ਨੇ। ਤੁਸੀਂ ਦੱਸੋ ਕਿ ਅੱਜ ਕਾਂਗਰਸ ਸਰਕਾਰ ਦੇ ਐਮਐਲਏ ਗੱਲਾਂ ਕਰਦੇ ਨੇ ਇਨਸਾਫ ਦੀਆਂ। ਕੀ ਅਸੀਂ ਜੀ ਇਨਸਾਫ ਦਿਵਾਵਾਂਗੇ? ਅਸੀਂ ਯੂਪੀ ਨੂੰ ਜਾ ਰਹੇ ਹਾਂ, ਅਸੀਂ ਇੱਧਰ ਨੂੰ ਜਾ ਰਹੇ ਹਾਂ। ਉਹ ਦੇਖੋ ਚੰਨੀ, ਇੱਕ ਹਰਾਮਖੋਰ ਚੰਨੀ, ਕਹਿੰਦੇ ਜੀ ਆਮ ਘਰ ਦਾ, ਇਹ ਇੱਕ ਆਮ ਘਰ ਦਾ ਬਣਾਇਆ। ਤੁਸੀਂ ਦੇਖੋ ਕਿ ਉਸ ਹਰਾਮੀ ਨੂੰ ਦਿਹਾੜੀ ਤੇ ਲੈ ਲਿਆ ਕਿ ਜੀ ਤੈਨੂੰ ਇੰਨੇ ਪੈਸੇ ਦਵਾਂਗੇ ਤਾਂ ਐਕਟਿੰਗ ਕਰਨੀ ਹੈ, ਚੰਗਾ ਬਣਨ ਦੀ ਐਕਟਿੰਗ ਕਰਨੀ ਹੈ। ਹੁਣ ਤੁਸੀਂ ਦੇਖੋ ਕਿ ਕਿਸਾਨਾਂ ਦਾ ਝੋਨਾ ਮੰਡੀਆਂ ਤੇ ਵਿਕ ਨਹੀਂ ਰਿਹਾ, ਕਪਾਹ ਮੰਡੀਆਂ ਤੇ ਵਿਕ ਨਹੀਂ ਰਹੀ, ਉਹ ਖਰਾਬ ਹੋ ਰਹੀ ਆ ਮੀਂਹ ਦੇ ਨਾਲ। ਇਹ ਹਰਾਮੀ ਹਰਾਮਖੋਰ ਮੁੱਦਿਆਂ ਨੂੰ ਦਬਾ ਰਿਹਾ। ਮੁੱਦਿਆਂ ਨੂੰ ਦਬਾਉਣ ਦੇ ਲਈ ਉਹ ਜਾ ਕੇ ਯੂਪੀ ਦਾ ਰੌਲਾ ਪਾ ਰਿਹਾ ਜੀ। ਯੂਪੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਉਹਦਾ ਸਾਨੂੰ ਬੜਾ ਦੁੱਖ ਆ। ਤੁਹਾਨੂੰ ਉਹਦਾ ਦੁੱਖ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਮਾਰੀਆਂ, ਉਹਦਾ ਤੁਹਾਨੂੰ ਦੁੱਖ ਨਹੀਂ। ਤੁਹਾਨੂੰ ਉਹਦਾ ਦੁੱਖ ਨਹੀਂ ਜੋ ਘਰਾਂ ਚੋਂ ਕੱਢ ਕੇ ਨੌਜਵਾਨ ਮੁੰਡੇ ਮਾਰੇ, ਉਹਨਾਂ ਦਾ ਦੁੱਖ ਨਹੀਂ। ਜੋ ਦਿੱਲੀ ਦੇ ਵਿੱਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਜਲਾਇਆ, ਉਹਦਾ ਦੁੱਖ ਨਹੀਂ। ਜੋ ਸਾਡੇ ਕਿੰਨੇ ਗੁਰੂ ਘਰਾਂ ਨੂੰ ਅਗਨ ਭੇਟ ਕਰਦਾ, ਉਹਦਾ ਦੁੱਖ ਨਹੀਂ। ਉਹ ਤੁਸੀਂ ਕੰਜਰੋ, ਹਰਾਮੀਓ, ਹਰਾਮਖੋਰੋ, ਭਾਰਤ ਦੇ ਲੋਕਾਂ ਨੂੰ ਉੱਲੂ ਸਮਝਿਆ ਹੋਇਆ ਕਿ ਤੁਸੀਂ ਆਓਗੇ ਬੇਵਕੂਫ ਬਣਾਈ ਜਾਵੋਗੇ। ਬੇਵਕੂਫ ਨਹੀਂ ਹੈਗੇ ਭਾਰਤ ਦੇ ਲੋਕ, ਪਰ ਲੋਕੋ ਆਪਣੀ ਅਕਲ ਤੇ ਹੱਥ ਮਾਰੋ। ਇਨਸਾਨੀਅਤ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ
ਆਪਣੀਆਂ ਅੱਖਾਂ ਦੇ ਮੂਹਰਿਓਂ ਜਿਹੜਾ ਚਸ਼ਮਾ ਕਾਲਾ ਲਾਇਆ ਉਹਨੂੰ ਖੋਲ ਦਿਓ, ਉਹਨੂੰ ਸਿੱਟ ਦਿਓ ਪਰੇ। ਇਹਨਾਂ ਦੇ ਮਗਰ ਨਾ ਲੱਗੋ। ਜੇ ਤੁਸੀਂ ਕਹੋ ਇਹਨਾਂ ਨੇ ਸਰਦਾਰ ਆ, ਦੇਖ ਸਿੱਧੂ ਸਰਦਾਰ ਆ, ਹੱਥ 'ਚ ਚੂੜਾ ਪਾਇਆ ਹਰਾਮੀ ਨੇ ਹੱਥ 'ਚ ਇੱਕ 'ਚ ਚੂੜਾ ਪਾਇਆ ਹੋਇਆ, ਸਿਰ ਤੇ ਪੱਗ ਬੰਨੀ ਹੋਈ ਆ, ਇਹ ਸਿੱਧੂ ਆ। ਇਹ ਹਰਾਮੀ ਇਨਸਾਨੀਅਤ ਦਾ ਹਮ ਵੀ ਨਹੀਂ ਹੈ, ਇਹ ਹਰਾਮੀ ਰਾਜਨੀਤੀ ਕਰਦਾ, ਗਦਾਰ ਰਾਜਨੀਤੀ, ਕਿਉਂਕਿ ਇਹਦਾ ਬਾਪ ਵੀ ਗਦਾਰ ਸੀ, ਇਹ ਵੀ ਗਦਾਰ ਆ। ਇਹ ਜੱਦੀ ਪੁਸ਼ਤੀ ਗਦਾਰ ਨੇ, ਅੱਜ ਦੇ ਗਦਾਰ ਨਹੀਂ ਹੈਗੇ, ਜੱਦੀ ਪੁਸ਼ਤੀ ਗਦਾਰ ਨੇ ਸਾਰੇ। ਇਹ ਹੋਇਆ ਕੈਪਟਨ ਹੋਇਆ, ਜਿੰਨੇ ਵੀ ਲਟੇਰੇ ਆਹ ਕਾਂਗਰਸ ਦੇ ਹੋਏ, ਸਾਰੇ ਜੱਦੀ ਪੁਸ਼ਤੀ ਗਦਾਰ ਨੇ। ਇਹ ਹਰਾਮੀ ਤੁਹਾਨੂੰ ਬੇਵਕੂਫ ਬਣਾਉਂਦੇ ਨੇ, ਇਹਨਾਂ ਦੀਆਂ ਗੱਲਾਂ 'ਚ ਨਾ ਆਓ। ਇਹਨਾਂ ਨੂੰ ਤੁਹਾਡੇ ਕੋਲੇ ਟਾਈਮ ਆ, ਪਿੰਡਾਂ 'ਚ ਨਾ ਵੜਨ ਦਿਓ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਜੋ ਸਾਡੇ ਉੱਤੇ ਵੱਡੇ ਹਮਲੇ ਕੀਤੇ ਗਏ ਨੇ ਪਹਿਲਾਂ, ਉਹਨਾਂ ਨੂੰ ਯਾਦ ਰੱਖੋ। ਜਿਹੜੀਆਂ ਕੌਮਾਂ ਆਪਣੇ ਉੱਤੇ ਹੋਏ ਨੂੰ ਜ਼ੁਲਮ ਨੂੰ ਭੁੱਲ ਜਾਂਦੀਆਂ ਨੇ ਨਾ, ਉਹ ਕੌਮਾਂ ਖਤਮ ਹੋ ਜਾਂਦੀਆਂ ਨੇ। ਸਿੱਖ ਨਹੀਂ ਭੁੱਲਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਉਹ ਨਹੀਂ ਭੁੱਲਦੇ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ। ਜੇ ਤੁਸੀਂ ਕਹੋ ਕਿ ਗੁਰਦੁਆਰੇ ਜਾਂਦੇ ਨੇ, ਇੱਕ ਬੰਦਾ ਜਾ ਕੇ ਇਹਨਾਂ ਦੇ ਗਲ ਦੇ ਵਿੱਚ ਸਰੋਪਾ ਪਾ ਦਿੰਦਾ, ਉਹ ਲਾਲਚ ਦਾ ਮਾਰਾ ਸਰੋਪਾ ਪਾ ਦਿੰਦਾ, ਕਿਉਂਕਿ ਬਾਦਲਾਂ ਦੇ ਕਬਜ਼ੇ ਕੀਤੇ ਹੋਏ ਨੇ ਗੁਰਦੁਆਰਿਆਂ ਦੇ ਉੱਪਰ। ਦੋਨੇ ਪਾਰਟੀਆਂ ਇੱਕੋ ਹੀ ਨੇ, ਬਾਦਲ ਹੋਏ, ਕਾਂਗਰਸੀ ਹੋਏ, ਬੀਜੇਪੀ ਵਾਲੇ ਹੋਏ, ਇਹ ਲੰਡਰ ਸਾਰੇ ਇੱਕ ਨੇ, ਇਹ ਸਾਰੇ ਇੱਕ ਨੇ, ਆਪੋ ਵਿੱਚ ਹੀ ਇੱਕ ਨੇ। ਤੁਹਾਨੂੰ ਬੇਵਕੂਫ ਬਣਾਉਂਦੇ ਨੇ, ਇਹ ਸਾਰੇ ਕੰਜਰ ਇੱਕ ਨੇ। ਜਿੰਨਾ ਵੀ ਕਰਦੇ ਨੇ ਇਹ ਸਾਰਾ ਦੀ ਸਾਰਾ ਡਰਾਮਾ ਕਰਦੇ ਨੇ, ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਤੇ ਬਾਹਰਲੇ ਮੁਲਕਾਂ ਨੂੰ ਦਿਖਾਉਂਦੇ ਨੇ ਕਿ ਇੰਡੀਆ ਲੋਕਤੰਤਰ ਹੈ, ਇੰਡੀਆ ਦੇ ਵਿੱਚ ਪਾਰਟੀਆਂ ਨੇ, ਉਹ ਦੇਖੋ ਕਿੱਦਾਂ ਰੌਲਾ ਪਾਉਂਦੇ ਨੇ, ਉਹ ਦੇਖੋ ਕਿੱਦਾਂ ਰੌਲਾ ਪਾਉਂਦੇ ਨੇ। ਅੱਜ ਤੱਕ ਕਿਸੇ ਨੂੰ ਇਨਸਾਫ ਮਿਲਿਆ? ਅੱਜ ਤੱਕ ਕਿਸੇ ਨੂੰ ਇਨਸਾਫ ਮਿਲਿਆ? ਕਿੰਨੇ ਕਤਲ ਕੀਤੇ ਨੇ 84 ਦੇ ਵਿੱਚ? ਉਹ ਜਿਹੜੇ ਕਤਲ ਕਰਨ ਵਾਲੇ ਨੇ ਖੁੱਲ੍ਹੇਆਮ ਘੁੰਮਦੇ ਨੇ, ਕਿਸੇ ਨੂੰ ਇਨਸਾਫ ਮਿਲਿਆ? ਫਿਰ ਹੁਣ ਕੀ ਇਨਸਾਫ ਮਿਲਣਾ? ਹੁਣ ਕਹਿੰਦੇ ਨੇ ਕਿ ਜੀ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਊਗਾ। ਤੁਹਾਡੇ ਸਾਹਮਣੇ ਆ ਸਾਰਿਆਂ ਦੇ, ਉਹਨਾਂ ਨੂੰ ਫੜ ਕੇ ਅੰਦਰ ਵੀ ਕੀਤਾ ਜਾਊਗਾ, ਬਾਅਦ ਦੇ ਵਿੱਚ ਬਾਹਰ ਕੱਢ ਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਾਇਆ ਜਾਊਗਾ। ਜਿਸ ਬੰਦੇ ਨੇ ਕਤਲੇਆਮ ਕੀਤਾ ਨਾ, ਇੱਕ ਦਿਨ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਊਗਾ, ਕਿਉਂਕਿ ਈਵੀਐਮ ਮਸ਼ੀਨਾਂ ਦੇ ਨਾਲ ਵੋਟਾਂ ਪਾ ਲੈਣੀਆਂ ਨੇ। ਇਹਨਾਂ ਨੇ ਕਿਹੜਾ ਲੋਕਾਂ 'ਚੋਂ ਪਾਉਣੀਆਂ ਨੇ, ਬਸ ਇੱਕ ਦਿਖਾਣਾ ਹੀ ਆ ਲੋਕਤੰਤਰ, ਇਕੱਠ ਦਿਖਾਣਾ ਇਹਨਾਂ ਨੇ, ਇਕੱਠ ਇਹਨਾਂ ਨੇ ਦਿਖਾਈ ਦੇਣਾ। ਕਿਉਂ ਬਥੇਰੇ ਦਿਹਾੜੀ ਤੇ ਮਿਲ ਜਾਂਦੇ ਨੇ ਲੋਕ, ਪੈਸੇ ਦੋ ਦਿਹਾੜੀ ਤੇ ਲਿਆਓ। ਜਿੰਨੇ ਵੀ ਡਰੱਗ ਸਮੈਕ ਚਿੱਟਾ ਵੇਚਦੇ ਨੇ, ਉਧਰ ਗੁਰੂ ਘਰਾਂ ਦੇ ਭਾਈ ਨੇ, ਬਾਦਲਾਂ ਨੇ ਗੁਰੂ ਘਰਾਂ ਤੇ ਕਬਜ਼ਾ ਕੀਤਾ ਹੋਇਆ ਭਾਈ ਨੇ ਗੁਰਦੁਆਰਿਆਂ ਦੇ, ਉਹਨਾਂ ਨੂੰ ਲੈ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਇੰਨੇ ਨੇ ਬੰਦੇ ਹੋਰ ਇਕੱਠੇ ਕਰੋ। ਉਹ ਵਿਚਾਰੇ ਇਕੱਠੇ ਕਰਕੇ ਨਾਲ ਚੱਲ ਪੈਂਦੇ ਨੇ, ਕਿਉਂਕਿ ਤਨਖਾਹ ਤੇ ਨੇ, ਨਹੀਂ ਤਾਂ ਗੁਰਦੁਆਰੇ 'ਚ ਉਹਨੂੰ ਕੱਢ ਦੇਣਗੇ। ਖਾਲਸਾ ਜੀ, ਤੁਹਾਡੇ ਮੂਹਰੇ ਬਹੁਤ ਚੁਣੌਤੀਆਂ ਨੇ। ਇੱਕ ਤਾਂ ਬਾਦਲਾਂ ਕੋਲੋਂ ਗੁਰੂ ਘਰ ਆਜ਼ਾਦ ਕਰਾਉਣੇ ਹੋਣਗੇ, ਜੇ ਤੁਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਸਿੱਖ ਇਤਿਹਾਸ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਸਿੱਖ ਇਤਿਹਾਸ ਬਚਾਉਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਮੂਹਰੇ ਸਭ ਤੋਂ ਵੱਡੀ ਚੁਣੌਤੀ ਆ, ਤੁਹਾਡੇ ਮੂਹਰੇ ਸਭ ਤੋਂ ਵੱਡੀ ਚੁਣੌਤੀ ਆ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਓ ਬਾਦਲਾਂ ਤੋਂ, ਗੁਰਦੁਆਰਿਆਂ ਨੂੰ ਆਜ਼ਾਦ ਕਰਾਓ ਬਾਦਲਾਂ ਤੋਂ। ਇਹ ਗੁੰਡਿਆਂ ਨੂੰ, ਇਹ ਜਿੰਨੇ ਵੀ ਗੁੰਡੇ ਨੇ, ਕਾਂਗਰਸੀ, ਬਾਦਲ ਕੇ ਬੀਜੇਪੀ ਵਾਲੇ, ਇਹਨਾਂ ਹਰਾਮੀਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਪਿੰਡਾਂ 'ਚ ਨਾ ਵੜਨ ਦਿਓ। ਇਹਨਾਂ ਦੀ ਇੰਨੀ ਬੇਇੱਜ਼ਤੀ ਕਰੋ, ਇੰਨੀ ਬੇਇੱਜ਼ਤੀ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤੀ ਕਰਨ ਤੋਂ ਪਹਿਲਾਂ 100 ਵਾਰ ਨਹੀਂ 1000 ਵਾਰੀ ਸੋਚੇ ਕਿ ਇੰਨੀ ਬੇਇੱਜ਼ਤੀ ਹੁੰਦੀ ਹੈ ਇਸ ਸਮਾਜ ਦੇ ਵਿੱਚ। ਇਹ ਬੇਇੱਜ਼ਤੀ ਤੋਂ ਡਰਦੇ ਹੋਏ, ਇਹ ਬੇਇੱਜ਼ਤੀ ਤੋਂ ਡਰਦੇ ਹੋਏ ਆਉਣ ਵਾਲੇ ਸਮੇਂ 'ਚ ਗੁੰਡਾਗਰਦੀਆਂ ਬੰਦ ਹੋ ਸਕਦੀਆਂ ਨੇ। ਨਹੀਂ, ਗੁੰਡਾਗਰਦੀਆਂ ਨਹੀਂ ਬੰਦ ਹੋਣਗੀਆਂ, ਪਰ ਇਹ ਕੰਜਰਾਂ ਤੋਂ ਵੀ ਟੱਪ ਚੁੱਕੇ ਨੇ, ਕੰਜਰਾਂ ਤੋਂ ਵੀ ਟੱਪ ਚੁੱਕੇ ਨੇ। ਜਿਵੇਂ ਕੋਠੇ ਵਾਲੀਆਂ ਹੁੰਦੀਆਂ ਨੇ, ਉਹ ਆਪਣਾ ਸਭ ਕੁਝ ਵੇਚ ਦਿੰਦੀਆਂ ਨੇ ਲੋਕਾਂ ਨੂੰ, ਇਵੇਂ ਜਿਵੇਂ ਐਮਐਲਏ ਨੇ, ਐਮਐਲਏ ਨੇ ਸਾਰਾ ਕੁਝ ਹੀ ਵੇਚ ਦਿੱਤਾ ਕਾਂਗਰਸ ਸਰਕਾਰ ਨੂੰ। ਜਿਹੜੇ ਕਾਂਗਰਸ ਦੇ ਐਮਐਲਏ ਨੇ, ਜਿਹੜੇ ਬਾਦਲਾਂ ਦੇ ਕੁੱਤੇ ਐਮਐਲਏ ਨੇ, ਉਹਨਾਂ ਨੇ ਸਾਰਾ ਕੁਝ ਬਾਦਲਾਂ ਨੂੰ ਵੇਚ ਦਿੱਤਾ। ਸਿਰਫ ਪੈਸਾ ਲੈਂਦੇ ਨੇ, ਕੰਜਰ ਨੇ ਕੰਜਰ, ਇਹ ਕੰਜਰ ਨੇ ਕੰਜਰੇ, ਪੈਸਾ ਲੈਂਦੇ ਨੇ। ਉਧਰੋਂ ਬਾਦਲਾਂ ਤੋਂ ਪੈਸਾ ਲਈ ਜਾਂਦੇ ਨੇ, ਇਹ ਉਧਰੋਂ ਸੋਨੀਆ ਤੋਂ ਪੈਸਾ ਲਈ ਜਾਂਦੇ ਨੇ, ਆਪਣੀ ਰੋਟੀ ਚਲਾਉਂਦੇ ਨੇ। ਜੇ ਤੁਸੀਂ ਹੁਣ ਕੰਜਰਾਂ ਦੇ ਘਰੇ ਜਾ ਕੇ ਰੋਟੀ ਖਾਵੋਗੇ, ਇਹਨਾਂ ਕੰਜਰਾਂ ਨੂੰ ਆਪਣੇ ਪਿੰਡ 'ਚ ਬਾਣੋਗੇ, ਫਿਰ ਤੁਸੀਂ ਇਹ ਦੇਖ ਲਓ ਕਿ ਇਹਨਾਂ ਕੋਲੋਂ ਤੁਸੀਂ ਕੀ ਸਿੱਖੋਗੇ। ਕੰਜਰਾਂ ਨੇ ਕੰਜਰਪਣਾ ਹੀ ਸਿਖਾ ਲੈਣਾ ਤੁਹਾਨੂੰ, ਚੰਗੀਆਂ ਗੱਲਾਂ ਥੋੜੋ ਸਿਖਾ ਲੈਣੀਆਂ ਨੇ। ਜੇ ਇਹ ਇਨਸਾਨ ਹੁੰਦੇ, ਅਗਰ ਇਹ ਇਨਸਾਨ ਹੁੰਦੇ, ਐਮਐਲਏ ਚਾਹੇ ਕਾਂਗਰਸ ਦੇ ਨੇ, ਚਾਹੇ ਬਾਦਲਾਂ ਦੇ ਨੇ, ਚਾਹੇ ਬੀਜੇਪੀ ਦੇ ਨੇ, ਜੇ ਇਹ ਇਨਸਾਨ ਹੁੰਦੇ ਨਾ, ਇਹ ਅਸਤੀਫੇ ਦੇ ਦਿੰਦੇ ਕਿ ਜੀ ਇਸ ਤਰ੍ਹਾਂ ਦੇ ਗੁੰਡੀਆਂ ਕੰਪਨੀਆਂ ਦੇ ਨਾਲ ਅਸੀਂ ਨਹੀਂ ਰਹਿਣਾ,
ਅਸੀਂ ਆਪਣੇ ਭਾਰਤ ਨੂੰ ਬਚਾਉਣਾ, ਅਸੀਂ ਆਪਣੇ ਮੁਲਕ ਨੂੰ ਬਚਾਉਣਾ, ਅਸੀਂ ਆਪਣਾ ਭਾਈਚਾਰਾ ਪਿਆਰ ਮੁਹੱਬਤ ਬਣਾ ਕੇ ਰੱਖਣੀ ਆ। ਇਹ ਜਾਤਾਂ ਪਾਤਾਂ ਧਰਮਾਂ 'ਚ ਵੰਡ ਕੇ ਲੋਕਾਂ ਨੂੰ ਮਰਵਾਉਂਦੇ ਨੇ, ਕਤਲੇਆਮ ਕਰਾਉਂਦੇ ਨੇ। ਤੁਹਾਡੇ ਸਭ ਦੇ ਸਾਹਮਣੇ ਆ। ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਜੀ ਆ ਮੈਂ ਹਿੰਦੂਆਂ ਦਾ ਫਲਾਨਾ ਲਿਆਂਦਾ, ਆ ਮੈਂ ਫਲਾਨਿਆਂ ਦਾ ਫਲਾਨਾ ਲਿਆਂਦਾ। ਲੋਕਾਂ ਨੂੰ ਜਾਤਾਂ ਪਾਤਾਂ ਧਰਮਾਂ 'ਚ ਵੰਡ ਕੇ ਇਹ ਰਾਜ ਕਰਦੇ ਨੇ। ਦੇਸ਼ ਦਾ ਬਣਾਉਣਾ ਇਹਨਾਂ ਨੇ ਕੁਛ ਨਹੀਂ। ਕਿੰਨਾ ਟੈਕਸ ਰੋਜ਼ ਦਾ ਇਕੱਠਾ ਹੁੰਦਾ, ਪੂਰੇ ਭਾਰਤ ਦੇ ਵਿੱਚੋਂ ਕਿੰਨਾ ਟੈਕਸ ਇਕੱਠਾ ਹੁੰਦਾ? ਤੁਹਾਨੂੰ ਕਦੇ ਹਿਸਾਬ ਦਿੱਤਾ ਇਹਨਾਂ ਨੇ? ਤੁਹਾਨੂੰ ਕਦੇ ਹਿਸਾਬ ਦਿੱਤਾ ਇਹਨਾਂ ਨੇ? ਕਿਸੇ ਵੀ ਸਰਕਾਰ ਨੇ ਹਿਸਾਬ ਦਿੱਤਾ ਕਿ ਪੰਜਾਬ ਦੇ ਵਿੱਚੋਂ ਇੰਨਾ ਟੈਕਸ ਆਉਂਦਾ, ਫਲਾਨੀ ਸਟੇਟ 'ਚੋਂ ਇੰਨਾ ਟੈਕਸ ਆਉਂਦਾ? ਫਿਰ ਜਿਹੜੀ ਸੈਂਟਰ ਸਰਕਾਰ ਆ ਉਹ ਤੁਹਾਨੂੰ ਕੋਈ ਹਿਸਾਬ ਕਿਤਾਬ ਦਿੰਦੀ ਆ ਕਿ ਕਿੰਨਾ ਟੈਕਸ ਆਉਂਦਾ? ਬਿਲਕੁਲ ਨਹੀਂ ਦਿੰਦੀ। ਲਈ ਜਾਂਦੀ ਆ, ਦਿੰਦੀ ਕੀ ਆ? ਕੱਖ ਵੀ ਨਹੀਂ। ਲੋਕਾਂ ਦੀਆਂ ਪੈਨਸ਼ਨਾਂ ਵੀ ਘੱਟ ਕਰ ਦਿੱਤੀਆਂ, ਦਿੰਦੀ ਕੀ ਆ? ਲੈਂਦੀ ਆ। ਜਿੰਨੀਆਂ ਵਿਰੋਧੀ ਪਾਰਟੀਆਂ ਨੇ ਗੁੰਡਿਆਂ ਨੂੰ ਛੱਡ ਕੇ, 3 ਕੰਪਨੀਆਂ ਨੂੰ ਛੱਡ ਕੇ ਜਿਹੜੀਆਂ ਹੋਰ ਨਵੀਆਂ ਕੰਪਨੀਆਂ ਨੇ, ਉਹਨਾਂ ਕੰਪਨੀਆਂ ਨੂੰ ਚਾਹੀਦਾ ਕਿ ਇਸ ਮੁੱਦੇ ਨੂੰ ਬਾਹਰ ਪਬਲਿਕ 'ਚ ਲੈ ਕੇ ਆਉਣ ਕਿ ਜੀ ਸਾਨੂੰ ਜਿੰਨਾ ਵੀ ਟੈਕਸ ਆਉਂਦਾ ਉਹਦਾ ਹਿਸਾਬ ਦਿਓ। ਜਿਹੜੀਆਂ ਬਾਕੀ ਕੰਪਨੀਆਂ ਨੇ, ਨਵੀਆਂ ਕੰਪਨੀਆਂ ਨੇ, ਨਵੀਆਂ ਪਾਰਟੀਆਂ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਆ ਕਿ ਸਾਨੂੰ ਹਿਸਾਬ ਕਿਤਾਬ ਦਿਓ। ਜੇ ਉਹ ਹਿਸਾਬ ਕਿਤਾਬ ਨਹੀਂ ਮੰਗਦੇ ਤਾਂ ਦਿਲ ਉਹਨਾਂ ਦਾ ਵੀ ਕਾਲਾ ਹੀ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁੱਟ ਖਸੁੱਟ ਉਹ ਵੀ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਹਿਸਾਬ ਕਿਉਂ ਨਹੀਂ ਮੰਗਦੇ? ਇਹਨਾਂ ਤੋਂ ਪਾਪੀਆਂ ਤੋਂ ਟੈਕਸ ਦਾ ਹਿਸਾਬ ਮੰਗਣਾ ਚਾਹੀਦਾ। ਕਿੰਨੇ ਇਹਨਾਂ ਨੇ ਨਵੇਂ ਟੈਕਸ ਲਾ ਦਿੱਤੇ ਨੇ, ਕਿੰਨੇ ਨਵੇਂ ਟੈਕਸ ਲਾ ਦਿੱਤੇ ਨੇ, ਤੁਸੀਂ ਗਿਣਤੀ ਵੀ ਨਹੀਂ ਕਰ ਸਕਦੇ। ਤੁਹਾਡੇ ਕੋਲੋਂ ਕਿੰਨਾ ਪੈਸਾ ਲੁੱਟ ਕੇ ਸਵਿਸ ਬੈਂਕ 'ਚ ਲੈ ਕੇ ਜਾ ਰਹੇ ਨੇ। ਤੁਹਾਡੇ ਕੋਲੋਂ ਪੈਸਾ ਲੁੱਟੀ ਜਾਂਦੇ ਨੇ, ਲੋਕ ਗਰੀਬ ਹੋਈ ਜਾਂਦੇ ਨੇ, ਲੋਕ ਭੁੱਖੇ ਮਰੀ ਜਾਂਦੇ ਨੇ, ਭੁੱਖਮਰੀ ਵਧੀ ਜਾਂਦੀ ਆ, ਇੰਡੀਆ ਦਾ ਸੱਤਿਆਨਾਸ਼ ਕਰੀ ਜਾਂਦੇ ਨੇ, ਤੁਹਾਡੇ ਨਾਲ ਗੱਲਾਂ ਮਾਰ ਕੇ ਟਾਈਮ ਪਾਸ ਕਰੀ ਜਾਂਦੇ ਨੇ। ਇਸ ਤਰ੍ਹਾਂ ਦੇ ਸਿਆਪੇ ਛੇੜਦੇ ਨੇ, ਕਦੇ ਕਿਸੇ ਦੇ ਗੋਲੀ ਮਾਰਤੀ, ਕਦੇ ਕਿਸੇ ਦਾ ਬਲਾਤਕਾਰ ਕਰ ਦਿੱਤਾ, ਕਿ ਇਹਨਾਂ ਮੁੱਦਿਆਂ ਦੇ ਵਿੱਚ ਹੀ ਲੋਕ ਭਟਕੇ ਰਹਿਣ, ਰੌਲੇ ਪਈ ਜਾਣ, ਪੰਜਾਬ ਦੇ ਵਿੱਚ ਰੌਲੇ ਪਈ ਜਾਣ, ਪੂਰੇ ਭਾਰਤ ਦੇ ਵਿੱਚ ਜਿਹੜੇ ਅਸਲੀ ਮੁੱਦੇ ਨੇ ਉਹ ਦਬਾ ਕੇ ਰੱਖੇ ਜਾਣ। ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਗੱਡੀਆਂ ਚੜਾਣੀਆਂ, ਲੋਕਾਂ ਨੂੰ ਮਾਰਨਾ, ਇਹੋ ਜਿਹੇ ਕਾਲੇ ਕਾਨੂੰਨ ਲੈ ਕੇ ਆਉਣੇ ਕਿ ਲੋਕਾਂ ਦਾ ਜਿਹੜਾ ਧਿਆਨ ਆ ਉਹ ਸਾਡੇ ਵੱਲ ਨੂੰ ਨਾ ਜਾਵੇ, ਇੱਧਰ ਨੂੰ ਲੱਗਿਆ ਰਹੇ। ਤੁਹਾਡੇ ਦਿਮਾਗ ਨੂੰ ਇਹਨਾਂ ਪਾਪੀਆਂ ਨੇ ਪੜ੍ਹ ਲਿਆ, ਤੁਹਾਨੂੰ ਡਿਵਾਈਡ ਕਰ ਦਿੰਦੇ ਨੇ, ਕਦੇ ਜਾਤਾਂ 'ਚ ਵੰਡ ਲਿਆ, ਕਦੇ ਇੱਧਰ ਕਰ ਲਿਆ, ਕਦੇ ਉੱਧਰ ਕਰ ਲਿਆ। ਇਹਨਾਂ ਦੀ ਸਿਆਸਤ ਨੂੰ ਸਮਝੋ। ਜੇ ਹੁਣ ਤੁਸੀਂ ਕਹੋਗੇ ਕਿ ਕਾਂਗਰਸੀ ਕੁੱਤੇ, ਇਹ ਹਰਾਮੀ ਰੌਲਾ ਪਾਉਂਦੇ ਨੇ, ਇਹ ਤਾਂ ਸਿੱਖਾਂ ਦੇ ਹਮੈਤੀ ਨੇ, ਇਹ ਤਾਂ ਇਨਸਾਨੀਅਤ ਦੇ ਹਮੈਤੀ ਨੇ, ਜਾਂ ਬਾਦਲ ਕੇ ਕੁੱਤੇ ਲਟੇਰੇ ਇਨਸਾਨੀਅਤ ਦੇ ਹਮੈਤੀ ਨੇ? ਬਿਲਕੁਲ ਨਹੀਂ। ਜਿਹੜੇ ਇਹ ਪਾਪੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ, ਇਹ ਤੁਹਾਡੇ ਕਿਵੇਂ ਬਣ ਜਾਣਗੇ? ਇੱਥੋਂ ਤੁਸੀਂ ਸਿੱਖਿਆ ਲੈ ਲਓ। ਜੇ ਫਿਰ ਵੀ ਤੁਸੀਂ ਸਿੱਖਿਆ ਨਹੀਂ ਲੈਣੀ, ਤੁਸੀਂ ਮਰਨਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਮਰਵਾਉਣਾ ਚਾਹੁੰਦੇ ਹੋ, ਐਵੇਂ ਜਿਵੇਂ ਪਿੱਟ ਸਿਆਪਾ ਪਾ ਕੇ ਰੱਖਣਾ ਚਾਹੁੰਦੇ ਹੋ, ਤਾਂ ਪਿੰਡਾਂ 'ਚ ਇਹਨਾਂ ਨੂੰ ਬਾੜੋ, ਇਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਵੀ ਪਾਓ, ਇਹਨਾਂ ਨੂੰ ਦੁੱਧ ਵੀ ਪਿਲਾਓ। ਫਿਰ ਇਹ ਸੱਪ ਤੁਹਾਡੇ ਬੱਚਿਆਂ ਨੂੰ ਡੰਗਣਗੇ, ਤੁਹਾਡੇ ਬੱਚਿਆਂ ਨੂੰ ਮਾਰਨਗੇ। ਤੁਸੀਂ ਦੇਖੋ ਕਿ ਜਿੰਨਾ ਵੀ ਚਿੱਟਾ ਡਰੱਗ ਆ ਉਹ ਹੋਰ ਲੈ ਕੇ ਆਉਣਗੇ, ਕਿਉਂਕਿ ਆਲਰੇਡੀ 3000 ਕਿਲੋ ਪੰਜਾਬ ਦੇ ਵਿੱਚ ਚਿੱਟਾ ਪਹੁੰਚ ਚੁੱਕਿਆ ਹੋਇਆ, ਉਹ ਤੁਹਾਡੇ ਬੱਚਿਆਂ ਤੱਕ ਪਹੁੰਚਦਾ ਕਰਨਗੇ। ਹੁਣ ਤੁਸੀਂ ਮਰਨਾ ਜਾਂ ਆਪਣੀ ਰਾਖੀ ਕਰਨੀ ਆ, ਤੁਹਾਡੇ ਵਾਸਾ। ਅਸੀਂ ਤੁਹਾਨੂੰ ਇਹੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਤੋਂ, ਭਾਵੇਂ ਬਾਦਲ ਕੇ ਹਰਾਮੀ ਨੇ, ਕਾਂਗਰਸੀ ਹਰਾਮੀ ਨੇ, ਬੀਜੇਪੀ ਵਾਲੇ ਨੇ। ਤੁਸੀਂ ਆਪਣੇ ਮੁਲਕ ਨੂੰ ਬਚਾ ਲਓ। ਹੁਣ ਤੁਹਾਨੂੰ ਦਿਖਾਉਂਦੇ ਆ ਕਿ ਐਮਐਲਏ ਨੇ ਕੀ ਗੁੰਡਾਗਰਦੀ ਕੀਤੀ ਆ। ਐਮਐਲਏ ਪ੍ਰਵਿੰਦਰ ਸਿੰਘ ਪਿੰਕੀ ਦੀ ਕੋਠੀ ਲੈ ਗਏ, ਉੱਥੇ ਮਤਲਬ ਉਹਨਾਂ ਨੇ ਅਫਸਰ ਸਾਧ ਲਏ, ਉੱਥੇ ਮਤਲਬ ਉਹਨਾਂ ਨੇ ਮੁੜ ਕੇ ਮੈਨੂੰ ਲੈ ਕੇ ਸਿਵਲ ਹਸਪੀਟਲ ਲੈ ਆਏ, ਉੱਥੇ ਮੈਨੂੰ ਬਾਹਰ ਛੱਡ ਗਏ। ਮੁੜ ਕੇ ਮੇਰੇ ਇਹਨਾਂ ਨੇ ਕਿਸੇ ਨੇ ਵੀ ਕੋਈ ਵੀ ਬਾਹ ਨਹੀਂ ਫੜੀ ਗਈ, ਕੁਛ ਨਹੀਂ। ਪੁਲਿਸ ਆਈ ਸੀਗੀ, ਉਹਨਾਂ ਨੇ ਉੱਥੇ ਆਪਦੀ ਐਮਐਲਏ ਦੀ ਕੋਠੀ ਸੱਦ ਲਈ ਪੁਲਿਸ, ਉਹ ਮੈਨੂੰ ਗੇਟ ਤੇ ਛੱਡ ਗਏ। ਉਸ ਤੋਂ ਬਾਅਦ ਮੁੜ ਕੇ ਮੈਂ ਆਪਣੇ ਆਪ ਹੀ ਮਤਲਬ ਮੈਨੂੰ ਹਸਪੀਟਲ ਲੈ ਕੇ ਆਏ ਆ ਮੇਰੇ ਪਿੰਡ ਦੇ। ਮੇਰੇ ਇਹਨਾਂ ਨੇ ਮੇਰੀ ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਕਰਦੀ ਕਿ ਨਾ ਪੁਲਿਸ ਪਰਚਾ ਕੱਟ ਰਹੀ ਆ। ਮੈਨੂੰ ਇਹਨਾਂ ਨੇ ਕੁੱਟਮਾਰ ਕੀਤੀ, ਇਹਨਾਂ ਨੇ ਮੈਨੂੰ ਗੋਲੀ ਵੀ ਮਾਰੀ ਆ, ਇਹਨਾਂ ਨੇ ਹੋਰ ਵੀ ਇਹਨਾਂ ਨੇ ਮੈਨੂੰ ਗੋਲੀਆਂ ਮਾਰ ਕੇ ਤੇ ਇੱਥੋਂ ਮੈਨੂੰ ਮੁੜ ਕੇ ਇਹਨਾਂ ਨੇ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਐਫਆਈ ਦਰਜ ਕਰੋ। ਉਹਦੇ ਵੀ ਪਹਿਲਾਂ ਉੱਥੇ ਆਪਣੀ ਤੁਹਾਡੀ ਸਾਰਾ ਅਕਸਰਾ ਹੋਊਗਾ ਤੇ ਉਦੋਂ ਬਾਅਦ ਅਸੀਂ ਐਫਆਈ ਦਰਜ ਕਰਾਂਗੇ। ਅਸੀਂ ਪ੍ਰਸ਼ਾਸਨ ਨੂੰ ਇਹੀ ਪੁਰਜੋਰ ਅਪੀਲ ਕਰਦੇ ਹਾਂ ਜੇ ਵੀ ਕਿਸੇ ਸਿਆਸੀ ਦਬਾਅ ਹੇਠਾਂ ਕੇ ਜਿਹੜਾ ਸਹੀ ਕਾਨੂੰਨ ਆ, ਸਹੀ ਕਾਨੂੰਨ ਨੂੰ ਹੱਥ 'ਚ ਨਾ ਲੈਣ, ਉਹਦੇ ਹਿਸਾਬ ਨਾਲ ਐਫਆਈ ਦਰਜ ਕੀਤੀ ਜਾਵੇ। ਜਿੰਨੇ ਵੀ ਬੰਦੇ ਆ, ਜੇ ਨਾ ਕੀਤੀ ਗਈ ਤੇ ਸਾਨੂੰ ਧਰਨਾ ਲਾਉਣ ਨੂੰ ਮਜਬੂਰ ਨਾ ਕਰਨ। ਜਿਹੜੀ ਸਾਡੀ ਕਾਂਗਰਸ ਪਾਰਟੀ ਆ, ਇਹਨਾਂ ਨੇ ਅੱਗੇ ਵੀ ਬੜੇ ਧੱਕੇ ਕੀਤੇ ਆ, ਇਹ ਸਿੱਧੂਪੁਰ ਨੂੰ ਜਾਣਦੇ ਵੀ ਆ। ਇਸ ਕਰਕੇ ਅਸੀਂ ਫੇਰ ਦੁਬਾਰਾ ਤੁਹਾਡੇ
ਮਾਧਿਅਮ ਰਾਹੀਂ ਬੇਨਤੀ ਕਰਦੇ ਵੀ ਸਾਡਾ ਸਹੀ ਨਿਆਂ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਫਿਰ ਜੋ ਸਾਥ ਹੋਇਆ ਸੀ ਉਹ ਕਰ। ਇਹ ਸਿਆਸੀਕਰਨ ਹੋਇਆ ਜੀ, ਅੱਗੇ ਪਤਾ ਹੈ ਆਪਣੇ ਪੰਜਾਬ ਦੀ ਸਿਆਸੀਕਰਨ ਹੋਈ ਜਾਂਦਾ। ਜਿਹੜਾ ਸਾਡਾ ਦਿੱਲੀ ਵੀ ਧਰਨਾ ਇਹਨਾਂ ਦੇ ਤੁਹਾਡੇ ਉਹ ਵੀ ਸਾਡਾ ਸਿਆਸੀਕਰਨ ਦੇ ਚੱਲ ਰਿਹਾ, ਨਹੀਂ ਤਾਂ ਇਹਨੂੰ ਫੈਸਲਾ ਹੋ ਜਾਣਾ ਸੀ। ਇਹ ਸਿਆਸੀਕਰਨ ਕਰਕੇ ਹੋ ਰਿਹਾ। ਬੀਜੇਪੀ ਵਾਲੇ ਗੁੰਡਾ ਰਾਜ ਚਾਹੁੰਦੇ ਆ, ਮੁਸਲਮਾਨ ਨੂੰ ਸਿੱਖ ਨਾਲ ਲੜਾਉਂਦੇ ਫਿਰਦੇ ਆ, ਸਿੱਖ ਨੂੰ ਗਾਂ ਹਿੰਦੂ ਨਾਲ ਲੜਾਉਂਦੇ ਫਿਰਦੇ ਆ, ਹਿੰਦੂ ਨੂੰ ਗਾਂ ਪੰਡਤਾਂ ਨਾਲ ਲੜਾਉਂਦੇ ਫਿਰਦੇ ਆ। ਜਿਹੜੀ ਇਹਨਾਂ ਵਿਸ਼ਵਾਸਘਾਤ ਵਾਲੀ ਲੜਾਈ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਕਰ ਰਹੀ ਆ। ਇਸੇ ਲਈ ਨਾ ਕੋਈ ਕਾਰਵਾਈ ਨਹੀਂ ਹੋਈ ਹੈ ਜੇ ਕੁਛ ਨਹੀਂ, ਨਾ ਕੋਈ ਬਿਆਨ ਲੈਣ ਆਇਆ ਜੇ ਕੁਛ, ਕੋਈ ਕਾਰਵਾਈ ਨਹੀਂ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ 10 ਗੁਰੂਆਂ ਤੇ ਯੋਧਿਆਂ ਸੂਰਮਿਆਂ ਨੇ ਕੁਰਬਾਨੀਆਂ ਕੀਤੀਆਂ, ਪਰ ਅਸੀਂ ਅੱਜ ਉਹਨਾਂ ਕੁਰਬਾਨੀਆਂ ਨੂੰ ਭੁੱਲ ਗਏ ਹਾਂ, ਤਾਂ ਹੀ ਤਾਂ ਦੁੱਖ ਭੋਗ ਰਹੇ ਹਾਂ। ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਕੀ ਸਮਝਾਇਆ, ਪਰ ਅੱਜ ਅਸੀਂ ਕਰ ਕੀ ਰਹੇ ਹਾਂ? ਸਦੀਆਂ ਬੀਤ ਗਈਆਂ, ਨਾ ਸਿੱਖ ਇਤਿਹਾਸ ਨੂੰ ਕਿਸੇ ਨੇ ਸਮਝਿਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਹੀ ਤਾਂ ਅੱਜ ਭਾਰਤ ਦਾ ਬੁਰਾ ਹਾਲ ਹੈ, ਭਾਰਤ ਦੇ ਲੋਕਾਂ ਦਾ ਬੁਰਾ ਹਾਲ ਹੈ, ਕਿਉਂਕਿ ਸਿੱਖ ਇਤਿਹਾਸ ਨੂੰ ਨਾ ਤੇ ਸਮਝਿਆ ਗਿਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਇਤਿਹਾਸ ਤੁਹਾਨੂੰ ਮੈਸੇਜ ਕੀ ਦਿੰਦਾ ਹੈ ਤੇ ਤੁਸੀਂ ਕਰਦੇ ਕੀ ਹੋ, ਇਹਦੇ ਬਾਰੇ ਦੱਸਣਗੇ ਛੋਟੇ ਬੱਚੇ, ਉਹ ਬੱਚੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਪੜ੍ਹਿਆ, ਸੁਨਿਆ ਤੇ ਸਮਝਿਆ। ਸਿੱਖ ਆਫ ਅਮਰੀਕਾ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਮਿਲਾ ਰਿਹਾ ਹੈ ਜਿਹੜੇ ਬੱਚੇ ਸਿੱਖ ਇਤਿਹਾਸ ਨੂੰ ਪੜ੍ਹਦੇ ਵੀ ਨੇ, ਉਸ ਨੂੰ ਸਮਝਦੇ ਵੀ ਨੇ ਤੇ ਤੁਹਾਨੂੰ ਸਮਝਾਉਂਦੇ ਵੀ ਨੇ। ਹਰ ਇੱਕ ਸੈਟਰਡੇ ਤੇ ਸੰਡੇ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਫਾਸਟਵੇ ਟੀਵੀ USA ਤੇ। ਤੁਹਾਡਾ ਆਪਣਾ ਫਾਸਟਵੇ ਟੀਵੀ USA, ਸੱਚ ਦੀ ਆਵਾਜ਼, ਹਰ ਟਾਈਮ ਹਰ ਵੇਲੇ ਤੁਹਾਡੇ ਨਾਲ। ਤੁਹਾਡਾ ਆਪਣਾ ਫਾਸਟਵੇ ਟੀਵੀ USA ਤੁਹਾਨੂੰ ਹਰ ਇੱਕ ਸ਼ਨੀਵਾਰ ਤੇ ਐਤਵਾਰ ਦੱਸਣਗੇ ਸਿੱਖਾਂ, ਸੂਰਮਿਆਂ ਤੇ ਯੋਧਿਆਂ ਦਾ ਇਤਿਹਾਸ। ਕੀ ਹੈ ਸਿੱਖ ਇਤਿਹਾਸ? ਦੇਖੋ ਹਰ ਸ਼ਨੀਵਾਰ ਤੇ ਐਤਵਾਰ ਫਾਸਟਵੇ ਟੀਵੀ USA ਤੇ। ਸਿੱਖ ਇਤਿਹਾਸ ਦੱਸਣਗੇ ਛੋਟੀ ਉਮਰ ਦੇ ਬੱਚੇ ਜੋ ਕਿ ਪੂਰੇ ਵਰਲਡ ਵਿੱਚੋਂ ਜੁੜ ਚੁੱਕੇ ਨੇ ਸਿੱਖ ਆਫ ਅਮਰੀਕਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਤੇ ਅਤਿਆਚਾਰ ਦੀ, ਆਮ ਹੋ ਜਾ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼। ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।